सत श्री अकाल। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪੰਜਾਬੀ ਦੇ ਪ੍ਰਸਿੱਧ ਕਿੱਸਾਕਾਰ ਪੀਲੂ ਦੁਆਰਾ ਰਚਿਤ ਮਿਰਜ਼ਾ ਅਤੇ ਸਾਹਿਬਾਂ ਦੇ ਕਿੱਸੇ ਦੀ ਪ੍ਰਸੰਗ ਸਹਿਤ ਵਿਆਖਿਆ ਸ਼ੁਰੂ ਕਰਨ ਜਾ ਰਹੇ ਹਾਂ, ਜੋ ਕਿ ਵੱਖ-ਵੱਖ ਭਾਗਾਂ ਦੇ ਵਿੱਚ ਵੰਡੀ ਹੋਈ ਹੈ। ਅੱਜ ਪਹਿਲੇ ਭਾਗ ਦੀ ਸ਼ੁਰੂਆਤ ਕਰਾਂਗੇ। ਪੀਲੂ ਪੰਜਾਬੀ ਅਦਬ ਦਾ ਇੱਕ ਅਜਿਹਾ ਨਿਵੇਕਲਾ ਸ਼ਾਇਰ ਹੈ ਜਿਸ ਨੇ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਮਿਰਜ਼ਾ ਸਾਹਿਬਾਂ ਦਾ ਕਿੱਸਾ ਲਿਖਿਆ, ਔਰ ਇਹ ਕਿੱਸਾ ਇੰਨਾ ਮਕਬੂਲ ਹੋਇਆ ਕਿ ਅੱਜ ਵੀ ਲੋਕ ਦਿਲਾਂ ਦੇ ਵਿੱਚ ਵਸਿਆ ਹੋਇਆ ਹੈ। ਕਿ ਪੀਲੂ ਦੁਆਰਾ ਲਿਖੇ ਗਏ ਮਿਰਜ਼ਾ ਸਾਹਿਬਾਂ ਦੇ ਕਿੱਸੇ ਦੀ ਹਰਮਨ ਪਿਆਰਤਾ ਦਾ ਸਭ ਤੋਂ ਵੱਡਾ ਕਾਰਨ ਉਸ ਦੀ ਸਰਲ ਬੋਲੀ ਹੈ, ਸ਼ੈਲੀ ਹੈ, ਉਸ ਦਾ ਨਿਵੇਕਲਾ ਅੰਦਾਜ਼ ਹੈ। ਕਿਉਂਕਿ ਆਮ ਪੇਂਡੂ ਦਾ ਅੰਦਾਜ਼ ਵਾਲੀ ਮਾਝੀ ਮੁਹਾਵਰੇ ਦੀ ਬੋਲੀ ਵਰਤੀ ਗਈ ਹੈ ਇਸ ਕਿੱਸੇ ਦੇ ਵਿੱਚ। ਵਰਣਨ ਸ਼ਕਤੀ ਵੀ ਕਮਾਲ ਦੀ ਹੈ ਕਿੱਸੇ ਦੇ ਵਿੱਚ, ਔਰ ਸਭ ਤੋਂ ਵੱਡੀ ਗੱਲ ਕਿ ਸੰਜਮ ਵੀ ਲੋੜੇ ਦਾ ਹੈ, ਆਖਰਾਂ ਦਾ ਹੈ। ਕਿਉਂਕਿ ਬਹੁਤ ਜ਼ਿਆਦਾ ਵਿਸਤਾਰ ਦੇ ਵਿੱਚ ਸ਼ਾਇਰ ਨਹੀਂ ਗਿਆ, ਆਪਣੀ ਗੱਲ ਨੂੰ ਬੜੇ ਸੰਖੇਪ ਅੰਦਾਜ਼ ਦੇ ਵਿੱਚ ਟੂ ਦਾ ਪੁਆਇੰਟ ਉਸਨੇ ਗੱਲ ਕੀਤੀ ਹੈ। ਸੋ ਆਓ ਸ਼ੁਰੂ ਕਰਦੇ ਹਾਂ ਵਿਆਖਿਆ। ਘਰ ਖੀਵੇ ਦੇ ਸਾਹਿਬਾਂ ਜੰਮੀ ਮੰਗਲਵਾਰ। ਪੀਲੂ ਲਿਖ ਰਹੇ ਨੇ, ਸਭ ਤੋਂ ਪਹਿਲਾਂ ਉਹਨਾਂ ਨੇ ਸਾਹਿਬਾਂ ਦੇ ਜਨਮ ਤੋਂ ਗੱਲ ਦੀ ਸ਼ੁਰੂਆਤ ਕੀਤੀ ਹੈ ਕਿ ਘਰ ਖੀਵੇ ਦੇ ਸਾਹਿਬਾਂ ਜੰਮੀ ਮੰਗਲਵਾਰ। ਕਿ ਖੀਵਾ ਖਾਨ ਜੋ ਕਿ ਸਾਹਿਬਾਂ ਦੇ ਪਿਤਾ ਦਾ ਨਾਮ ਸੀ, ਉਹਨਾਂ ਦੇ ਘਰ ਦੇ ਵਿੱਚ ਜਿਸ ਪੁੱਤਰੀ ਦਾ ਜਨਮ ਹੋਇਆ ਉਸ ਦਾ ਨਾਮ ਸਾਹਿਬਾਂ ਰੱਖਿਆ ਗਿਆ, ਔਰ ਇਹ ਪੁੱਤਰੀ ਜਿਹੜੀ ਸੀ ਉਹ ਮੰਗਲਵਾਰ ਦੇ ਦਿਨ ਪੈਦਾ ਹੋਈ ਸੀ। ਡੂਮ ਸੋਹਲੇ ਗਾਮ ਦੇ ਖਾਨ ਖੀਵੇ ਦੇ ਬਾਰ। ਡੂਮ ਭਾਵ ਮਰਾਸੀ, ਭਾਵ ਗਾਉਣ ਵਾਲੇ। ਉਸ ਵੇਲੇ ਦੇ ਸਮਾਜ ਦੇ ਵਿੱਚ ਮਰਾਸੀ ਜੋ ਸਨ, ਜਿਸ ਘਰ ਦੇ ਵਿੱਚ ਵੀ ਕੋਈ ਖੁਸ਼ੀ ਦਾ ਸਬੱਬ ਬਣਦਾ ਸੀ, ਉਸ ਘਰ ਦੇ ਦਰ 'ਤੇ ਆ ਕੇ, ਬਾਰ ਭਾਵ ਦਰਵਾਜ਼ੇ 'ਤੇ ਆ ਕੇ, ਉਸ ਘਰ ਦੇ ਜੋ ਬਜ਼ੁਰਗ ਹੁੰਦੇ ਸਨ ਜਾਂ ਉਹਨਾਂ ਦੇ ਜੋ ਪੁਰਖੇ ਹੁੰਦੇ ਸਨ, ਉਹਨਾਂ ਦੀ ਉਸਤਤ ਦੇ ਵਿੱਚ, ਪ੍ਰਸ਼ੰਸਾ ਦੇ ਵਿੱਚ, ਸੋਹਲੇ ਭਾਵ ਕਿਸੇ ਦੀ ਉਸਤਤ ਜਾਂ ਪ੍ਰਸ਼ੰਸਾ ਦੇ ਵਿੱਚ ਗਾਉਣਾ। ਸੋ ਜਦੋਂ ਖੀਵਾ ਖਾਨ ਦੇ ਘਰ ਬੇਟੀ ਦੇ ਜਨਮ ਦੀ ਖਬਰ ਡੂਮ ਭਾਵ ਉਹਨਾਂ ਮਰਾਸੀਆਂ ਨੂੰ ਮਿਲੀ, ਤਾਂ ਉਹ ਖੀਵੇ ਖਾਨ ਦੇ ਦਰ 'ਤੇ ਆ ਕੇ, ਉਹਨਾਂ ਦੇ ਦਰਵਾਜ਼ੇ 'ਤੇ ਆ ਕੇ ਉਸ ਪਰਿਵਾਰ ਦੀ ਸ਼ਲਾਘਾ ਉਸਤਤ ਦੇ ਵਿੱਚ ਆਪਣਾ ਉਹਨਾਂ ਨੇ ਗੀਤ ਰਾਗ ਗਾਉਣਾ ਸ਼ੁਰੂ ਕੀਤਾ। ਡੂਮ ਜੋ ਹਨ ਇਹ ਮਰਾਸੀ ਕੌਮ ਦੇ ਨਾਲ ਸੰਬੰਧ ਰੱਖਦੇ ਹਨ। ਜਿਵੇਂ ਗੁਰੂ ਨਾਨਕ ਦੇਵ ਜੀ ਦੇ ਜੋ ਅਨੰਨ ਭਗਤ ਸਨ, ਜੋ ਸਿੱਖ ਸਨ, ਸ਼ਰਧਾਲੂ ਸਨ, ਸੇਵਕ ਸਨ, ਬਾਲਾ ਜੀ ਔਰ ਮਰਦਾਨਾ ਜੀ। ਮਰਦਾਨਾ ਜੀ ਦਾ ਸੰਬੰਧ ਜਿਹੜਾ ਸੀ ਡੂਮ ਕੌਮ ਦੇ ਨਾਲ ਸੀ, ਕੁੱਲ ਦੇ ਨਾਲ ਸੀ। ਸੋ ਇਸੇ ਕਰਕੇ ਹੀ ਇਹ ਜੋ ਕੌਮ ਹੈ ਡੂਮ ਜਾਂ ਮਰਾਸੀ, ਇਹਨਾਂ ਨੂੰ ਵਿਰਾਸਤ ਦੇ ਵਿੱਚ ਹੀ ਇੱਕ ਵਰਦਾਨ ਮਿਲਿਆ ਹੋਇਆ ਹੈ ਕਿ ਇਹ ਬਹੁਤ ਹੀ ਸੁਹਾਣੇ ਅੰਦਾਜ਼ ਦੇ ਵਿੱਚ ਬਹੁਤ ਸੋਹਣਾ ਗਾਉਂਦੇ ਹਨ। ਇਹ ਇਹਨਾਂ ਨੂੰ ਵਰਸ ਰੂਪ ਦੇ ਵਿੱਚ ਗਾਉਣ ਦੀ ਬਖਸ਼ਿਸ਼ ਹੈ। ਰੱਜ ਦਵਾਈ ਦਿੱਤੀਆਂ ਸੁਹਾਣੇ ਪਰਿਵਾਰ। ਸੋ ਜਦੋਂ ਸਾਹਿਬਾਂ ਦਾ ਖੀਵੇ ਖਾਨ ਦੇ ਘਰ ਜਨਮ ਹੁੰਦਾ ਹੈ ਅਤੇ ਉਸ ਵੇਲੇ ਦੇ ਡੂਮਾ ਮਰਾਸੀਆਂ ਨੇ ਆ ਕੇ ਸਾਹਿਬਾਂ ਦੇ ਪਿਤਾ ਨੂੰ, ਸਾਰੇ ਪਰਿਵਾਰ ਨੂੰ ਬਹੁਤ ਰੱਜ ਰੱਜ ਕੇ ਦੁਆਵਾਂ ਦਿੱਤੀਆਂ ਉਸ ਬੱਚੀ ਦੇ, ਉਸ ਪਰਿਵਾਰ ਦੇ ਜੋ ਹੈ ਚੰਗੇਰੇ ਭਵਿੱਖ ਦੀਆਂ ਜੋ ਸੀ ਉਹਨਾਂ ਨੇ ਕਾਮਨਾਵਾਂ ਕੀਤੀਆਂ। ਰਲ ਤਦਬੀਰਾਂ ਬੰਦੀਆਂ ਸ਼ੈਲ ਹੋਈ ਮੁਟਿਆਰ। ਇਸ ਤੋਂ ਬਾਅਦ ਜੋ ਹੈ ਸਾਹਿਬਾਂ ਉਸ ਵੇਲੇ ਦੇ ਪਰਿਵਾਰ ਦੇ ਵਿੱਚ ਜੋ ਵੀ ਉਸਦੀ ਸਾਂਭ ਸੰਭਾਲ ਦੇ ਲਈ ਜੋ ਵੀ ਰੱਖੀਆਂ ਗਈਆਂ ਸਨ, ਉਸਦੀ ਸਾਂਭ ਸੰਭਾਲ ਕਰਨ ਦੇ ਲਈ, ਉਹਨਾਂ ਦੀ ਪਰਵਰਿਸ਼ ਦੇ ਵਿੱਚ ਉਹਨਾਂ ਸਖੀਆਂ ਸਹੇਲੀਆਂ ਦੇ ਨਾਲ ਮਿਲ ਕੇ ਉਹ ਜੋ ਹੈ ਜਵਾਨੀ ਵੱਲ ਕਦਮ ਪੁੱਟਣੇ ਸ਼ੁਰੂ ਕਰਦੀ ਹੈ। ਭਾਵ ਬੱਚੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੀ ਜਾਂਦੀ ਹੈ। ਸਾਹਿਬਾਂ ਨਾਲ ਸਹੇਲੀਆਂ ਕੂੜੀ ਰਿਆਕਾਰ। ਫਿਰ ਕਵੀ ਲਿਖ ਰਹੇ ਨੇ ਕਿ ਜਿਵੇਂ ਜਿਵੇਂ ਉਹ ਬੱਚੀ ਹੌਲੀ ਹੌਲੀ ਵਿਕਾਸ ਕਰ ਰਹੀ ਹੈ, ਵੱਧਦੀ ਜਾ ਰਹੀ ਹੈ, ਬਚਪਨ ਦੇ ਵਿੱਚ ਯਾਨੀ ਕਿ ਆਪਣੀਆਂ ਸਹੇਲੀਆਂ ਦੇ ਨਾਲ ਰਲ ਮਿਲ ਕੇ, ਜਿਵੇਂ ਆਮ ਬੱਚੇ ਖੇਡਣ ਲੱਗਿਆਂ ਝੂਠ ਮੂਠ ਦੀ ਰਿਆਸਤ ਬਣਾ ਲੈਂਦੇ ਹਨ, ਸਰਕਾਰ ਬਣਾ ਲੈਂਦੇ ਹਨ। ਸੋ ਉਸ ਵੇਲੇ ਸਾਹਿਬਾਂ ਜੋ ਸੀ ਆਪਣੀਆਂ ਸਹੇਲੀਆਂ ਦੀ ਇੱਕ ਕੂੜੀ ਰਿਆਕਾਰ ਭਾਵ ਇੱਕ ਝੂਠ ਮੂਠ ਦੀ ਰਿਆਸਤ ਖੜੀ ਕਰਕੇ ਉਹਨਾਂ ਦੇ ਉੱਤੇ ਰਾਜ ਕਰਦੀ, ਭਾਵ ਉਹਨਾਂ ਨੂੰ ਹੁਕਮ ਦਿੰਦੀ ਸੀ। ਘਰ ਬਿੰਜਲ ਦੇ ਜੰਮਿਆ ਮਿਰਜ਼ਾ ਵਿੱਚ ਕਰਾੜੇ ਬਾਰ। ਅਤੇ ਦੂਜੇ ਪਾਸੇ ਪੀਲੂ ਨੇ ਮਿਰਜ਼ੇ ਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਕਿ ਬਿੰਜਲ ਜੋ ਕਿ ਉਸਦੇ ਪਿਤਾ ਦਾ ਨਾਮ ਸੀ ਮਿਰਜ਼ੇ ਦੇ, ਉਹਨਾਂ ਦੇ ਘਰ ਦੇ ਵਿੱਚ ਮਿਰਜ਼ੇ ਦਾ ਜਨਮ ਹੋਇਆ ਜੋ ਕਿ ਕਰਾੜੇ ਬਾਰ
ਬਾਰ ਦਾ ਇਲਾਕਾ ਜੋ ਕਿ ਬੜੀ ਕਰੜੀ, ਬੜੀ ਕਠੋਰ ਧਰਤੀ ਮੰਨੀ ਜਾਂਦੀ ਸੀ। ਪਾਕਿਸਤਾਨ ਦੇ ਵਿੱਚ ਹਨ 12 ਜੋ ਕਿ ਬਹੁਤ ਜੰਗਲੀ ਇਲਾਕੇ ਸਨ, ਜਿੱਥੇ ਕੋਈ ਫਸਲ ਨਹੀਂ ਸੀ ਹੁੰਦੀ, ਔਰ ਹੌਲੀ ਹੌਲੀ ਉਹ ਵਿਕਸਿਤ ਹੋ ਕੇ ਅੱਜ ਜਿਹੜੀਆਂ ਨੇ ਕਾਫੀ ਉਹ ਫਲ ਫੁੱਲ ਰਹੀਆਂ ਨੇ। ਸੋ ਦੂਜੇ ਪਾਸੇ ਕਰਾੜੇ ਬਾੜ ਦੇ ਵਿੱਚ ਬਿੰਜਲ ਦੇ ਘਰ ਦੇ ਵਿੱਚ ਮਿਰਜ਼ੇ ਦਾ ਜਨਮ ਹੁੰਦਾ ਹੈ। ਜਨਮ ਦਿੱਤੋ ਮਾਈ ਬਾਪ ਨੇ ਰੂਪ ਦਿੱਤਾ ਕਰਤਾਰ। ਕਵੀ ਕਹਿ ਰਿਹਾ ਹੈ ਕਿ ਜਨਮ ਤਾਂ ਰਾਂਝੇ ਨੂੰ ਬੇਸ਼ੱਕ ਉਸਦੇ ਮਾਤਾ ਪਿਤਾ ਨੇ ਦਿੱਤਾ ਸੀ, ਪਰ ਇਸ ਤਰ੍ਹਾਂ ਲੱਗਦਾ ਸੀ ਉਹ ਕੋਈ ਰੱਬੀ ਰੂਹ ਹੈ ਜਿਸ ਨੂੰ ਉਸ ਕਰਤਾਰ ਨੇ, ਉਸ ਇਲਾਹੀ ਸ਼ਕਤੀ ਨੇ ਜੋ ਹੈ ਰੂਪ ਦੇਣ ਦੇ ਵਿੱਚ ਕੋਈ ਕੰਜੂਸੀ ਨਹੀਂ ਸੀ ਵਰਤੀ। ਭਾਵ ਰੱਜ ਕੇ ਸੋਹਣਾ ਸੁਨੱਖਾ ਨੌਜਵਾਨ ਸੀ ਮਿਰਜ਼ਾ। ਐਸਾ ਮਿਰਜ਼ਾ ਸੂਰਮਾ ਖਰਲਾਂ ਦਾ ਸਰਦਾਰ। ਭਾਵ ਉਹ ਸੋਹਣਾ ਸੁਨੱਖਾ ਹੀ ਨਹੀਂ ਸੀ, ਬਲਕਿ ਉਸ ਦੇ ਵਿੱਚ ਸੂਰਮਤਾਈ ਵਾਲੇ ਗੁਣ ਵੀ ਸਨ। ਯੋਧਾ ਸੀ, ਸੂਰਬੀਰ, ਨਿਡਰ, ਨਿਚੱਕ, ਜੋ ਕਿ ਖਰਲ ਕੌਮ ਦਾ ਸਰਦਾਰ ਅਖਵਾਇਆ, ਬੜਾ ਬਹਾਦਰ ਯੋਧਾ ਅਖਵਾਇਆ। ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ। ਫਿਰ ਕਵੀ ਕਹਿ ਰਹੇ ਨੇ ਕਿ ਇਸ ਤੋਂ ਅਗਲੇ ਪੜਾਅ 'ਤੇ ਜਾ ਕੇ ਜਦੋਂ ਉਹ ਬੱਚੇ ਸਕੂਲ ਜਾਣਾ ਸ਼ੁਰੂ ਕਰਦੇ ਹਨ, ਸਾਹਿਬਾਂ ਭਾਵ ਉਸ ਵੇਲੇ ਦੀ ਜੋ ਵੀ ਪ੍ਰਥਾ ਸੀ ਉਸ ਦੇ ਅਨੁਸਾਰ ਜੋ ਮਸਜਿਦ ਦੇ ਵਿੱਚ ਜਾਂਦੇ ਸਨ ਪੜ੍ਹਨ ਵਾਸਤੇ, ਅੱਜ ਕੱਲ੍ਹ ਸਕੂਲ ਹਨ, ਤਾਂ ਜਦੋਂ ਉਹ ਪੜ੍ਹਨ ਵਾਸਤੇ ਮਸਜਿਦ ਦੇ ਵਿੱਚ ਜਾਂਦੇ ਹਨ, ਸਾਹਿਬਾਂ ਪੜ੍ਹੇ ਪੱਟੀਆਂ। ਸਾਹਿਬਾਂ ਜਿਹੜੀ ਹੈ ਹਜੇ ਅੱਖਰ ਉਠਾਉਣੇ ਸਿੱਖ ਰਹੀ ਹੈ, ਪੱਟੀਆਂ ਦੇ ਉੱਤੇ ਜੋ ਹੈ ਲਿਖਣਾ, ਅਕਸ਼ਰ ਦੀ ਪਛਾਣ ਕਰਨਾ, ਉਹਨਾਂ ਵੱਲ ਵੇਖ ਕੇ ਲਿਖਣਾ ਸਿੱਖ ਰਹੀ ਹੈ। ਦੂਜੇ ਪਾਸੇ ਮਿਰਜ਼ਾ ਪੜ੍ਹੇ ਕੁਰਾਨ। ਮਿਰਜ਼ਾ ਜੋ ਹੈ ਉਹ ਕੁਰਾਨ ਸ਼ਰੀਫ ਦੇ ਅੱਖਰ ਉਠਾਉਣੇ ਸ਼ੁਰੂ ਕਰ ਚੁੱਕਾ ਹੈ। ਭਾਵ ਉਹਨਾਂ ਦੀ ਉਮਰ ਦੇ ਵਿੱਚ ਇੰਨਾ ਕੁ ਫਰਕ ਸੀ ਕਿ ਸਾਹਿਬਾਂ ਹਜੇ ਅੱਖਰਾਂ ਨੂੰ ਲਿਖਣਾ ਸਿੱਖ ਰਹੀ ਹੈ, ਦੂਜੇ ਪਾਸੇ ਮਿਰਜ਼ਾ ਜੋ ਹੈ ਉਹਨਾਂ ਅੱਖਰਾਂ ਨੂੰ ਜੋੜ ਕੇ ਸ਼ਬਦਾਂ ਤੋਂ ਵਾਕ ਬਣਾ ਕੇ ਔਰ ਉਹਨਾਂ ਨੂੰ ਪੜ੍ਹਨਾ ਸਿੱਖ ਰਿਹਾ। ਭਾਵ ਕੁਰਾਨ ਸ਼ਰੀਫ ਜੋ ਸੀ ਉਸ ਵੇਲੇ ਦਾ ਧਾਰਮਿਕ ਗ੍ਰੰਥ ਹੈ, ਜੋ ਅੱਜ ਵੀ ਇਸਲਾਮ ਕੌਮ ਦਾ। ਸੋ ਮਸਜਿਦ ਦੇ ਵਿੱਚ ਬੱਚਿਆਂ ਨੂੰ ਕੁਰਾਨ ਸ਼ਰੀਫ ਦੀ ਜੋ ਸਿੱਖਿਆ ਦਿੱਤੀ ਜਾਂਦੀ ਸੀ, ਮਿਰਜ਼ਾ ਉਸ ਸਿੱਖਿਆ ਨੂੰ ਹਾਸਿਲ ਕਰ ਰਿਹਾ ਸੀ। ਵਿੱਚ ਮਸੀਤ ਦੇ ਲੱਗੀਆਂ ਜਾਣੇ ਕੁੱਲ ਜਹਾਨ। ਇਸ ਤਰ੍ਹਾਂ ਉਸ ਮਸਜਿਦ ਦੇ ਵਿੱਚ ਪੜ੍ਹਦਿਆਂ ਹੋਇਆਂ ਮਿਰਜ਼ਾ ਅਤੇ ਸਾਹਿਬਾਂ ਦੋਵੇਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ। ਦੋਵੇਂ ਮਿਲ ਕੇ ਉੱਥੇ ਬੈਠ ਕੇ ਪੜ੍ਹਦੇ ਹਨ, ਇੱਕ ਦੂਸਰੇ ਨੂੰ ਜਾਣਦੇ ਹਨ, ਸਮਝਦੇ ਹਨ। ਵਿੱਚ ਮਸੀਤ ਦੇ ਲੱਗੀਆਂ ਭਾਵ ਇਸ ਤਰ੍ਹਾਂ ਉਹਨਾਂ ਦੀ ਇੱਕ ਦੂਸਰੇ ਦੇ ਨਾਲ ਪਹਿਲੀ ਜਾਣ ਪਛਾਣ, ਜੋ ਇੱਕ ਮੋਹ ਮੁਹੱਬਤ ਦਾ ਰਿਸ਼ਤਾ ਜੋ ਕਿ ਛੋਟੇ ਛੋਟੇ ਬੱਚਿਆਂ ਦੇ ਵਿੱਚ ਪੜ੍ਹਦਿਆਂ ਹੋਇਆਂ ਕਾਇਮ ਹੋ ਜਾਂਦਾ ਹੈ। ਔਰ ਉਸ ਰਿਸ਼ਤੇ ਨੂੰ ਕੁੱਲ ਜਹਾਨ, ਬਾਅਦ ਦੇ ਵਿੱਚ ਉਹ ਰਿਸ਼ਤਾ ਜਿਹੜਾ ਹੈ ਅਜਿਹਾ ਪ੍ਰਵਾਨ ਚੜ੍ਹਦਾ ਹੈ ਕਿ ਉਹਨਾਂ ਦੇ ਇਸ ਰਿਸ਼ਤੇ ਦੇ ਚਰਚੇ ਸਾਰੀ ਦੁਨੀਆ ਦੇ ਵਿੱਚ ਭਾਵ ਉਸ ਵੇਲੇ ਦੇ ਸਮਾਜ ਦੇ ਵਿੱਚ ਹੋਣੇ ਸ਼ੁਰੂ ਹੋ ਜਾਂਦੇ ਹਨ। ਨਾ ਮਾਰ ਕਾਜੀ ਸ਼ਮਕਾ ਨਾ ਦੇ ਤੱਤੀ ਨੂੰ ਤਾਏ। ਭਾਵ ਕਿਉਂਕਿ ਉਸ ਵੇਲੇ ਦਾ ਪਰੰਪਰਾਵਾਦੀ ਸਮਾਜ ਸੀ ਜਿਹਦੇ ਵਿੱਚ ਕੁੜੀਆਂ ਮੁੰਡਿਆਂ ਦਾ ਇਕੱਠਾ ਬੈਠਣਾ ਉੱਠਣਾ ਜਾਂ ਗੱਲਬਾਤ ਕਰਨਾ ਕੋਈ ਬਹੁਤ ਜ਼ਿਆਦਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਸੋ ਜਦੋਂ ਕਾਜ਼ੀ ਜੋ ਉਹਨਾਂ ਦਾ ਪੜ੍ਹਾਉਣ ਵਾਲਾ ਅਧਿਆਪਕ ਸੀ, ਜੋ ਸਿੱਖਿਆ ਦੇਣ ਵਾਲਾ, ਜਦੋਂ ਉਹਨਾਂ ਨੇ ਦੇਖਿਆ ਕਿ ਸਾਹਿਬਾਂ ਅਤੇ ਮਿਰਜ਼ਾ ਜੋ ਹੈ ਇੱਕ ਦੂਸਰੇ ਦੇ ਵਿੱਚ ਗੱਲਾਂ ਦੇ ਵਿੱਚ ਗਲਤਾਨ ਰਹਿੰਦੇ ਹਨ, ਇੱਕ ਦੂਸਰੇ ਦੇ ਜ਼ਿਆਦਾ ਕਰੀਬ ਆ ਰਹੇ ਹਨ, ਅਤੇ ਉਹ ਦੋਹਾਂ ਨੂੰ ਹੀ ਇੱਕ ਦੂਜੇ ਤੋਂ ਅਲੱਗ ਰਹਿਣ ਦੇ ਲਈ ਤਾਕੀਦ ਕਰਦੇ ਹਨ। ਜਦੋਂ ਉਹ ਉਸ ਦੀ ਗੱਲ 'ਤੇ ਅਮਲ ਨਹੀਂ ਕਰਦੇ ਤਾਂ ਫਿਰ ਉਹਨਾਂ ਨੂੰ ਝਿੜਕਿਆ ਵੀ ਜਾਂਦਾ ਹੈ ਅਤੇ ਅੰਤ ਨੂੰ ਸ਼ਮਕਾਂ ਭਾਵ ਜੋ ਛਿਟੀ ਜਾਂ ਸੋਟੀ ਦੇ ਨਾਲ ਮਾਰਨ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ। ਸੋ ਉਸ ਵੇਲੇ ਸਾਹਿਬਾਂ ਬੜੀ ਨਿਚੱਕ ਹੋ ਕੇ, ਨਿਡਰ ਹੋ ਕੇ ਕਾਜ਼ੀ ਨੂੰ ਕਹਿ ਰਹੀ ਹੈ ਕਿ ਨਾ ਮਾਰ ਕਾਜੀ ਸ਼ਮਕਾ ਨਾ ਦੇ ਤੱਤੀ ਨੂੰ ਤਾਏ। ਭਾਵ ਸਾਨੂੰ ਹੇ ਕਾਜੀ, ਹੇ ਅਧਿਆਪਕ, ਹੇ ਗੁਰੂ, ਸਾਨੂੰ ਸ਼ਮਕਾ ਮਾਰ ਕੇ ਤਾੜਨ ਦੀ ਕੋਸ਼ਿਸ਼ ਨਾ ਕਰ, ਡਰਾਉਣ ਦੀ ਕੋਸ਼ਿਸ਼ ਨਾ ਕਰ, ਸਾਨੂੰ ਦੁਖਾ ਨਾ, ਦਰਦ ਨਾ ਦੇ। ਪੜ੍ਹਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾਏ। ਕਿਉਂਕਿ ਹਰ ਧਰਮ ਜਿਹੜਾ ਹੈ ਉਹ ਪ੍ਰੇਮ ਪਿਆਰ ਦੇ ਨਾਲ ਰਹਿਣ ਦੀ ਸਿੱਖਿਆ ਦਿੰਦਾ ਹੈ, ਔਰ ਅਸੀਂ ਉਸੇ ਕੁਰਾਨ ਦੇ ਉਸੇ ਧਰਮ ਦੇ ਅਨੁਸਾਰ ਜੋ ਹੈ ਇੱਕ ਦੂਸਰੇ ਦੇ ਨਾਲ ਪ੍ਰੇਮ ਦੇ ਮੋਹ ਦੇ ਰਿਸ਼ਤੇ ਦੇ ਵਿੱਚ ਬੱਝੇ ਹੋਏ ਹਾਂ। ਸੋ ਸਾਡਾ ਇਹ ਮੋਹ ਦਾ ਰਿਸ਼ਤਾ ਤੁਹਾਨੂੰ ਪ੍ਰਵਾਨ ਕਿਉਂ ਨਹੀਂ ਹੋ ਰਿਹਾ? ਭਾਵ ਧਰਮ ਇੱਕ ਪਾਸੇ ਮਿਲ ਜੁਲ ਕੇ ਰਹਿਣਾ, ਪ੍ਰੇਮ ਭਾਵ ਦੇ ਨਾਲ ਰਹਿਣਾ ਸਿਖਾਉਂਦਾ ਹੈ, ਅਤੇ ਦੂਜੇ ਪਾਸੇ ਪ੍ਰੇਮ ਭਾਵ ਨਾਲ ਰਹਿਣ ਵਾਲਿਆਂ ਨੂੰ ਜੋ ਹੈ ਸਜ਼ਾਵਾਂ ਦਿੰਦਾ ਹੈ। ਸੋ ਕਾਜ਼ੀ ਨੂੰ ਕਹਿ ਰਹੀ ਹੈ ਕਿ ਸਾਨੂੰ ਸ਼ਮਕਾ ਮਾਰ ਕੇ ਦੁਖੀ ਕਰਨ ਦੀ ਕੋਸ਼ਿਸ਼ ਨਾ ਕਰੋ, ਪੜ੍ਹਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾਏ। ਕਿਉਂਕਿ ਸਾਨੂੰ ਇਸ ਦੁਨਿਆਵੀ ਪੜ੍ਹਾਈ ਦੇ ਨਾਲ ਕੋਈ ਸਰੋਕਾਰ ਨਹੀਂ ਹੈ। ਪੜ੍ਹਾਈਆਂ ਲਿਖਾਈਆਂ ਪਿੱਛੇ ਰਹਿ ਗਈਆਂ, ਕਿਉਂਕਿ ਸਾਡਾ ਇੱਕ ਦੂਜੇ ਦੇ ਨਾਲ ਜੋ ਰਿਸ਼ਤਾ ਹੈ ਬੜਾ ਰੂਹਾਨੀ ਹੈ।
ਔਰ ਅਸੀਂ ਤਾਂ ਇੱਕ ਪ੍ਰੇਮ ਦਾ ਸਬਕ ਸਿੱਖਿਆ ਹੈ, ਇਸ਼ਕ ਦਾ ਸਬਕ ਸਿੱਖਿਆ ਹੈ, ਔਰ ਸੋ ਉਸੇ ਰਾਹ 'ਤੇ ਚੱਲਦਿਆਂ ਹੋਇਆਂ, ਧਰਮ ਦੀ ਅਸਲੀ ਸਿੱਖਿਆ 'ਤੇ ਚੱਲਦਿਆਂ ਹੋਇਆਂ ਅਸੀਂ ਇੱਕ ਦੂਸਰੇ ਦੇ ਨਾਲ ਪ੍ਰੇਮ ਭਾਵ ਦੇ ਨਾਲ ਪੇਸ਼ ਆ ਰਹੇ ਹਾਂ। ਸੋ ਸਾਡੇ ਇਸ ਪ੍ਰੇਮ ਭਾਵ ਵਾਲੇ ਸੰਬੰਧਾਂ ਨੂੰ ਜੋ ਹੈ ਸਵੀਕਾਰ ਕੀਤਾ ਜਾਵੇ, ਸਾਨੂੰ ਦਿਖਾਉਣ ਦੀ ਕੋਸ਼ਿਸ਼ ਨਾ ਕੀਤੀ। ਇਹ ਇੱਕ ਤਰ੍ਹਾਂ ਦੇ ਨਾਲ ਸਾਹਿਬਾਂ ਦੀ ਕਾਜੀ ਨੂੰ ਇੱਕ ਬਹੁਤ ਵੱਡੀ ਜੋ ਸੀ ਗੱਲ ਕਹੀ ਗਈ ਸੀ ਉਸ ਵੇਲੇ ਦੀ ਉਮਰ ਦੇ ਲਿਹਾਜ਼ ਦੇ ਨਾਲ, ਉਸ ਵੇਲੇ ਦੇ ਸਮੇਂ ਜਾਂ ਸਮਾਜ ਦੇ ਲਿਹਾਜ਼ ਦੇ ਨਾਲ, ਜਿਸ ਵੱਲ ਧਿਆਨ ਦੇਣਾ ਬਹੁਤ ਲੋੜੀਂਦਾ ਹੈ। ਫਿਰ ਅਗਲੇ ਸਟੈਪ ਦੇ ਵਿੱਚ ਪੀਲੂ ਲਿਖ ਰਹੇ ਨੇ ਕਿ ਸਾਹਿਬਾਂ ਗਈ ਤੇਲ ਨੂੰ ਗਈ ਪੰਸਾਰੀ ਦੀ ਹੱਟ, ਭਾਵ ਬਚਪਨ ਤੋਂ ਜਦੋਂ ਜਵਾਨੀ ਦੇ ਵਿੱਚ ਕਦਮ ਰੱਖਦੇ ਹਨ, ਸਾਹਿਬਾਂ ਦੀ ਖੂਬਸੂਰਤੀ ਜਿਹੜੀ ਹੈ ਉਹ ਨਿਰੰਤਰ ਵੱਧ ਰਹੀ ਹੈ। ਸਾਹਿਬਾਂ ਤੇਲ ਲੈਣ ਵਾਸਤੇ ਜਾਂਦੀ ਹੈ ਕਿਤੇ, ਪੰਸਾਰੀ ਦੀ ਹੱਟ 'ਤੇ, ਹੱਟ ਭਾਵ ਦੁਕਾਨ 'ਤੇ, ਪੰਸਾਰੀ ਦੀ ਦੁਕਾਨ 'ਤੇ। ਫੜ ਨਾ ਜਾਣੇ ਤੱਕੜੀ ਹਾੜ ਨਾ ਜਾਣੇ ਵੱਟ, ਪੰਸਾਰੀ ਨੇ ਜਦੋਂ ਉਸ ਬੱਚੀ ਨੂੰ ਜੋ ਤੇਲ ਲੈਣ ਆਈ ਹੈ ਉਸ ਨੂੰ ਵੇਖਿਆ ਤਾਂ ਉਹ ਇੱਕ ਤਰ੍ਹਾਂ ਦੇ ਨਾਲ ਅਵਾਕ ਰਹਿ ਗਿਆ, ਹੱਕਾ ਬੱਕਾ ਰਹਿ ਗਿਆ ਕਿ ਐਡੀ ਖੂਬਸੂਰਤ, ਇੰਨੀ ਹੁਸੀਨ ਕੁੜੀ ਉਹਨਾਂ ਦੇ ਪਿੰਡ ਦੇ ਵਿੱਚ ਉਹਨੇ ਪਹਿਲੀ ਵਾਰੀ ਵੇਖੀ ਹੈ। ਉਹ ਭਾਵ ਉਸ ਦਾ ਧਿਆਨ ਤੱਕੜੀ ਵੱਲ ਨਹੀਂ ਜਾਂ ਵਟਿਆਂ ਵੱਲ ਨਹੀਂ, ਸਗੋਂ ਉਸਦੀ ਖੂਬਸੂਰਤੀ ਨੂੰ ਨਿਹਾਰਨ ਵੱਲ ਹੈ। ਫੜ ਨਾ ਜਾਣੇ ਤੱਕੜੀ ਹਾੜ ਨਾ ਜਾਣੇ ਵੱਟ, ਤੇਲ ਭੁਲਾਵੇ ਭੁੱਲਾ ਬਾਣੀਆਂ ਦਿੱਤਾ ਸ਼ਹਿਦ ਉਲੱਟ। ਇਸ ਤਰ੍ਹਾਂ ਉਸ ਬਾਣੀਏ ਨੇ, ਉਸ ਪੰਸਾਰੀ ਨੇ, ਉਸ ਵਪਾਰੀ ਨੇ ਤੇਲ ਦੇ ਭੁਲੇਖੇ ਸ਼ਹਿਦ ਬੋਤਲ ਦੇ ਵਿੱਚ ਪਾ ਕੇ ਸਾਹਿਬਾਂ ਦੇ ਹਵਾਲੇ ਕਰ ਦਿੱਤਾ। ਕਿਉਂ ਕਰ ਦਿੱਤਾ? ਕਿਉਂਕਿ ਮੰਗਿਆ ਤਾਂ ਸਾਹਿਬਾਂ ਨੇ ਤੇਲ ਸੀ, ਪਰ ਦਿੱਤਾ ਸ਼ਹਿਦ ਜਾ ਰਿਹਾ ਹੈ। ਕਿਉਂ? ਕਿਉਂਕਿ ਪੰਸਾਰੀ ਜਾਂ ਬਾਣੀਆ ਜੋ ਹੈ ਉਸਦੀ ਖੂਬਸੂਰਤੀ ਦੇ ਵਿੱਚ ਇੰਨਾ ਖੁੱਭ ਗਿਆ ਕਿ ਉਹਨੂੰ ਤੇਲ ਅਤੇ ਸ਼ਹਿਦ ਦੇ ਵਿੱਚ ਕੋਈ ਫਰਕ ਹੀ ਨਜ਼ਰ ਨਹੀਂ ਆਇਆ। ਤੇਲ ਦੇ ਭੁਲੇਖੇ ਉਸਨੇ ਸ਼ਹਿਦ ਦੇ ਦਿੱਤਾ। ਵਣਜ ਗਵਾਲੇ ਬਾਣੀਆਂ ਬਲਦ ਗਵਾਏ ਜੱਟ। ਇਸ ਤਰ੍ਹਾਂ ਕਵੀ ਕਹਿ ਰਿਹਾ ਕਿ ਜਿਹੜਾ ਕੋਈ ਬਾਣੀਆ, ਜਿਹੜਾ ਕੋਈ ਵਪਾਰੀ ਜੇਕਰ ਥੋੜ੍ਹੀ ਕੀਮਤ ਲੈ ਕੇ, ਭਾਵ ਤੇਲ ਦੀ ਕੀਮਤ ਦੇ ਵਿੱਚ ਸ਼ਹਿਦ ਜੋ ਹੈ ਮਹਿੰਗਾ ਹੁੰਦਾ ਹੈ, ਥੋੜ੍ਹੀ ਕੀਮਤ ਦੇ ਵਿੱਚ ਜੇਕਰ ਮਹਿੰਗੀ ਚੀਜ਼ ਗ੍ਰਾਹਕਾਂ ਨੂੰ ਦੇਣ ਲੱਗਿਆ ਤੇ ਇੱਕ ਦਿਨ ਉਸਦਾ ਜੋ ਵਪਾਰ ਹੈ ਉਹ ਚੌਪਟ ਹੋ ਜਾਏਗਾ। ਵਣਜ ਗਵਾਲੇ ਬਾਣੀਆਂ। ਇਸ ਤਰ੍ਹਾਂ ਜਿਹੜਾ ਵੀ ਸ਼ਖਸ ਜੋ ਹੈ ਆਪਣੇ ਕੰਮ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਕੰਮ ਨੂੰ ਬਿਲਕੁਲ ਕੰਸਨਟ੍ਰੇਸ਼ਨ ਨਾਲ ਕਰਨ ਦੀ ਥਾਂ ਇੱਧਰ ਉੱਧਰ ਭਟਕ ਜਾਏਗਾ ਤਾਂ ਉਹ ਆਪਣੇ ਵਪਾਰ ਦੇ ਵਿੱਚ ਹਾਰ ਖਾਏਗਾ। ਸੋ ਇਸੇ ਤਰ੍ਹਾਂ ਉਸ ਬਾਣੀਏ ਨੇ ਤੇਲ ਦੇ ਭੁਲੇਖੇ ਸ਼ਹਿਦ ਉਲੱਟ ਕੇ ਇੱਕ ਤਰ੍ਹਾਂ ਦੇ ਨਾਲ ਆਪਣਾ ਵਪਾਰ ਚੌਪਟ ਕਰ ਲਿਆ। ਬਲਦ ਗਵਾਏ ਜੱਟ। ਦੂਜੇ ਪਾਸੇ ਜੱਟ ਦੀ ਜਿਹੜੀ ਸਭ ਤੋਂ ਵੱਡੀ ਪੂੰਜੀ ਉਸ ਵੇਲੇ ਦੇ ਸਮਾਜ ਦੇ ਵਿੱਚ ਉਸਦੇ ਬਲਦ ਸਨ, ਕਿਉਂਕਿ ਬਲਦਾਂ ਦੇ ਨਾਲ ਖੇਤੀ ਹੁੰਦੀ ਸੀ। ਅਤੇ ਇੱਕ ਇਸੇ ਤਰ੍ਹਾਂ ਜਦੋਂ ਸਾਹਿਬਾਂ ਨੂੰ ਇੱਕ ਜੱਟ ਜੋ ਕਿ ਖੇਤ ਨੂੰ ਜਾ ਰਿਹਾ ਸੀ, ਜਦੋਂ ਉਸਨੇ ਵੇਖਿਆ ਸਾਹਿਬਾਂ ਨੂੰ, ਅਤੇ ਉਹ ਵੀ ਉਸਦੀ ਖੂਬਸੂਰਤੀ, ਭਾਵ ਉਸਦੀ ਜੋ ਕ੍ਰਿਸ਼ਮਾਈ ਜੋ ਸੁਹੱਪਣ ਸੀ ਉਸ ਨੂੰ ਵੇਂਦਾ ਹੀ ਰਹਿ ਗਿਆ ਅਤੇ ਉਸਦੇ ਬਲਦ ਜਿਹੜੇ ਸਨ ਉਸ ਤੋਂ ਦੂਰ ਚਲੇ ਗਏ। ਅਤੇ ਜਦੋਂ ਜੱਟ ਦੇ ਬਲਦ ਗਵਾਚ ਜਾਣ ਅਤੇ ਉਹ ਖੇਤੀ ਕਰਨ ਦੇ ਸਮਰੱਥ ਨਹੀਂ ਸੀ ਰਹਿ ਸਕਦਾ, ਕਿਉਂਕਿ ਖੇਤੀ ਹੋਣੀ ਹੀ ਬਲਦਾਂ ਨਾਲ ਸੀ। ਸੋ ਇਸ ਤਰ੍ਹਾਂ ਜੱਟ ਨੇ ਵੀ ਖੂਬਸੂਰਤੀ ਨੂੰ ਨਿਹਾਰਦਿਆਂ ਹੋਇਆਂ, ਉਸ ਪ੍ਰਾਕ੍ਰਿਤਿਕ, ਉਸ ਕੁਦਰਤੀ ਸੁਹੱਪਣ ਨੂੰ, ਕੁਦਰਤੀ ਹੁਸਨ ਨੂੰ ਨਿਹਾਰਦਿਆਂ ਹੋਇਆਂ ਆਪਣੇ ਬਲਦਾਂ ਦੀ ਬਾਜੀ ਹਾਰ ਲਈ। 300 ਨਾਂਗਾ ਪਿੜ ਰਿਹਾ ਹੋ ਗਏ ਚੌੜ ਚਪੱਟ। ਇਸੇ ਤਰ੍ਹਾਂ 300 ਨਾਂਗਾ ਸਾਧੂ ਸੀ ਜੋ ਸਾਹਿਬਾਂ ਨੂੰ ਦੇਖ ਕੇ ਉਹਨਾਂ ਦੀ ਵੀ ਭਗਤੀ ਜਿਹੜੀ ਸੀ ਭੰਗ ਹੋ ਗਈ। ਉਹ ਆਪਣੇ ਮਨ ਦੇ ਉੱਤੇ ਕੰਟਰੋਲ ਉਹਨਾਂ ਦਾ ਵਸ ਨਹੀਂ ਰਹਿ ਗਿਆ, ਭਾਵ ਉਹਨਾਂ ਦਾ ਜੋ ਸੀ ਇੱਕ ਤਰ੍ਹਾਂ ਦੇ ਨਾਲ ਭਗਤੀ ਖਤਮ ਹੋ ਗਈ। ਭਗਤੀ ਤੋਂ ਉਹਨਾਂ ਦਾ ਮਨ ਉਚਾਟ ਹੋ ਗਿਆ। ਮਿਰਜ਼ਾ ਸਾਹਿਬਾਂ ਦੀ ਦੋਸਤੀ ਰਹੂ ਵਿੱਚ ਜਗਤ। ਇਸ ਤਰ੍ਹਾਂ ਅੰਤ ਵਿੱਚ ਕਵੀ ਕਹਿ ਰਿਹਾ ਕਿ ਮਿਰਜ਼ਾ ਅਤੇ ਸਾਹਿਬਾਂ ਖੂਬਸੂਰਤੀ ਦੇ ਅਜਿਹੇ ਮੁਜੱਸਮੇ ਸਨ ਕਿ ਜਿਹੜਾ ਵੀ ਉਹਨਾਂ ਨੂੰ ਵੇਖਦਾ ਸੀ ਉਹ ਵੇਂਦਾ ਹੀ ਰਹਿ ਜਾਂਦਾ ਸੀ ਔਰ ਆਪਣੇ ਕੰਮ ਤੋਂ ਉਸਦਾ ਧਿਆਨ ਭੰਗ ਹੋ ਜਾਂਦਾ ਸੀ। ਦੂਜੇ ਪਾਸੇ ਮਿਰਜ਼ਾ ਅਤੇ ਸਾਹਿਬਾਂ ਜਿਹੜੇ ਸਨ ਉਹਨਾਂ ਨੂੰ ਕਿਸੇ ਦੇ ਨਾਲ ਕੋਈ ਸਰੋਕਾਰ ਨਹੀਂ ਸੀ। ਉਹ ਦੋਹੇ ਇੱਕ ਦੂਜੇ ਦੇ ਵਿੱਚ ਜੋ ਹੈ ਡੁੱਬੇ ਹੋਏ ਸਨ, ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਖਿਆਲਾਂ ਦੇ ਵਿੱਚ ਸਮਾਏ ਹੋਏ ਸਨ ਇੱਕ ਦੂਜੇ ਦੇ ਵਿੱਚ, ਕਿਉਂਕਿ ਉਹਨਾਂ ਦਾ ਜੋ ਪਿਆਰ ਸੀ, ਉਹਨਾਂ ਦੀ ਜੋ ਮੁਹੱਬਤ ਸੀ, ਉਹ ਜੋ ਸੀ ਫਿਜ਼ੀਕਲੀ ਨਹੀਂ, ਸਗੋਂ ਸਰੀਰਕ ਨਹੀਂ, ਬਲਕਿ ਉਹ ਰੂਹਾਨੀ ਸੀ। ਭਾਵ ਉਹ ਦੁਨਿਆਵੀ ਇਸ਼ਕ ਨਹੀਂ ਸੀ, ਉਹ ਉਹਨਾਂ ਦਾ ਰੂਹਾਨੀ ਇਸ਼ਕ ਸੀ। ਇਸੇ ਕਰਕੇ ਉਹਨਾਂ ਦੇ ਰੂਹਾਨੀ ਇਸ਼ਕ ਦੀਆਂ ਗੱਲਾਂ ਜਿਹੜੀਆਂ ਨੇ ਉਹ ਅੱਜ ਤੱਕ ਵੀ ਦੁਨੀਆ ਦੇ ਵਿੱਚ ਹੋ ਰਹੀਆਂ ਨੇ ਅਤੇ ਰਹਿੰਦੀ ਦੁਨੀਆ ਤੱਕ ਹੁੰਦੀਆਂ ਰਹਿਣਗੀਆਂ। ਇਸ ਤਰ੍ਹਾਂ ਇਸ ਕਿੱਸੇ ਦੇ ਪਹਿਲੇ ਭਾਗ ਦੇ ਵਿੱਚ ਪੀਲੂ ਨੇ
ਜੋ ਪ੍ਰੇਮ ਹੈ ਜਾਂ ਪਿਆਰ ਹੈ ਜਾਂ ਮੁਹੱਬਤ ਹੈ, ਉਹ ਜਦੋਂ ਮਨੁੱਖ ਦੇ ਸਿਰ ਚੜ੍ਹ ਕੇ ਬੋਲਦੀ ਹੈ ਤੇ ਉਸ ਦੀ ਸਥਿਤੀ ਨੂੰ ਬਿਆਨ ਕੀਤਾ ਹੈ। ਉਮੀਦ ਹੈ ਕਿ ਅੱਜ ਦੀ ਇਹ ਵਿਆਖਿਆ ਵਿਦਿਆਰਥੀਆਂ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਅਗਲੀ ਵਿਆਖਿਆ ਭਾਗ 2 ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਚੈਨਲ ਦੇ ਨਾਲ ਜੁੜੇ ਰਹਿਣਾ। ਦਿਓ ਇਜਾਜ਼ਤ। ਧੰਨਵਾਦ।